ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਇਆ, ਪ੍ਰੀਤਮ ਜਾਨ ਲੇਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਓ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦੇਸ ਘੇਰੈ, ਬੇਪਤ ਪਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇਰੈ। ਇਸ ਪਾਵਨ ਸ਼ਬਦ ਨੂੰ ਪੜ੍ਹ ਕੇ ਸਾਨੂੰ ਅਸਲੀਅਤ ਪਤਾ ਲੱਗਦੀ ਹੈ ਸੰਸਾਰ ਦੀ, ਕਿ ਅਸੀਂ ਸੰਸਾਰ ਦੇ ਵਿੱਚੋਂ ਸੁੱਖ ਲੱਭਣਾ ਚਾਹੁੰਦੇ ਹਾਂ, ਪਰ ਗੁਰਦੇਵ ਨੇ ਆਖਿਆ ਤੁਹਾਨੂੰ ਸੰਸਾਰ ਵਿੱਚੋਂ ਸੁੱਖ ਨਹੀਂ ਮਿਲੇਗਾ। ਅਸੀਂ ਆਪਣੇ ਧੀਆਂ ਪੁੱਤਰਾਂ ਦੇ ਵਿੱਚੋਂ, ਕੋਈ ਆਪਣੀ ਘਰਵਾਲੀ ਦੇ ਵਿੱਚੋਂ, ਕੋਈ ਆਪਣੇ ਪਤੀ ਦੇ ਵਿੱਚੋਂ, ਕੋਈ ਬੱਚਿਆਂ ਦੇ ਵਿੱਚੋਂ, ਕੋਈ ਮਾਂ ਕੋਈ ਪਿਤਾ ਵਿੱਚੋਂ ਸੁੱਖ ਲੱਭਣਾ ਚਾਹੁੰਦਾ ਹੈ। ਕੋਈ ਆਖਦਾ ਹੈ ਮੈਂ ਇਸ ਸੰਸਾਰ ਵਿੱਚੋਂ ਸੁੱਖ ਲੱਭਣਾ ਚਾਹੁੰਦਾ, ਪਰ ਗੁਰਦੇਵ ਨੇ ਆਖਿਆ ਤੁਹਾਨੂੰ ਇਸ ਸੰਸਾਰ ਵਿੱਚੋਂ ਸੁੱਖ ਮਿਲ ਹੀ ਨਹੀਂ ਸਕਦਾ ਜੋ ਤੁਸੀਂ ਚਾਹੁੰਦੇ ਹੋ। ਕਿਉਂਕਿ ਤੁਹਾਨੂੰ ਇਹ ਵੀ ਪਤਾ ਨਹੀਂ ਕਿ ਸੁੱਖ ਹੈ ਕੀ, ਆਨੰਦ ਕੀ ਹੈ। ਇਸ ਲਈ ਸੰਸਾਰ ਤੁਹਾਡਾ ਨਹੀਂ ਹੈ, ਇਹ ਘਰ ਸਾਡਾ ਨਹੀਂ, ਇਹ ਸਰੀਰ ਮੇਰਾ ਵੀ ਨਹੀਂ ਹੈ। ਅਸੀਂ ਆਖ ਦਿੰਦੇ ਹਾਂ ਇਹ ਘਰ ਮੇਰਾ ਹੈ, ਅਸੀਂ ਆਖ ਦਿੰਦੇ ਹਾਂ ਇਹ ਪੁੱਤ ਮੇਰਾ ਹੈ, ਇਹ ਧੀ ਮੇਰੀ ਹੈ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ। ਅਸੀਂ ਜਦੋਂ ਆਖਦੇ ਹਾਂ ਨਾ ਆਹ ਮੇਰਾ ਹੈ, ਆਹ ਘਰ ਮੇਰਾ ਹੈ, ਇਹ ਸਰੀਰ ਮੇਰਾ ਹੈ, ਅਸੀਂ ਆਖਦੇ ਹਾਂ ਮੇਰੀ ਅੱਖ ਦੇ ਵਿੱਚ ਨਾ ਸਵੇਰ ਦੀ ਦਰਦ ਹੋ ਰਹੀ ਹੈ, ਅਸੀਂ ਆਖਦੇ ਹਾਂ ਮੇਰੇ ਕੰਨ ਵਿੱਚ ਸਵੇਰ ਦੀ ਦਰਦ ਹੋ ਰਹੀ ਹੈ, ਇਹ ਮੇਰਾ ਹੈ। ਇਹਦਾ ਮਤਲਬ ਇਹ ਹੈ ਕਿ ਮੈਂ ਸਰੀਰ ਨਹੀਂ ਹਾਂ। ਹਾਂ, ਸਰੀਰ ਮੈਨੂੰ ਮਿਲਿਆ ਹੈ, ਇਸ ਲਈ ਇਹ ਮੇਰਾ ਹੈ। ਤੇ ਫਿਰ ਮੈਂ ਕੌਣ ਹਾਂ ਜਿਹਨੂੰ ਇਹ ਸਰੀਰ ਮਿਲਿਆ ਹੈ? ਸੋ ਧੰਨ ਗੁਰੂ ਪਿਤਾ ਜੀ ਆਖਦੇ ਹਨ, ਆਪਾਂ ਉਸ ਆਨੰਦ ਬਿੰਦੂ ਦੇ ਸੋਮੇ ਹਾਂ। ਆਨੰਦ ਬਿੰਦੂ ਓੰਕਾਰ, ਅਸੀਂ ਉਸ ਓੰਕਾਰ ਆਨੰਦ ਬਿੰਦੂ ਦੇ ਸੋਮੇ ਉਹਦੀ ਅੰਸ਼ ਹਾਂ, ਉਹਦੇ ਨਾਲੋਂ ਵਿਛੜੇ ਹਾਂ। ਉਹਨੇ ਸਾਨੂੰ ਇਹ ਸਰੀਰ ਇਹ ਸੰਸਾਰ ਦਿੱਤਾ ਹੈ, ਉਹਦੇ ਨਾਲੋਂ ਵਿਛੜ ਗਏ ਹਾਂ ਆਨੰਦ ਬਿੰਦੂ ਦੇ ਕੋਲੋਂ। ਅਨੰਤ ਜਨਮਾਂ ਤੱਕ ਅਸੀਂ ਉਹਦੇ ਕੋਲ ਰਹੇ, ਉਹਦਾ ਆਨੰਦ ਭੋਗਦੇ ਰਹੇ। ਹੁਣ ਸਾਨੂੰ ਲੱਗਦਾ ਏ ਕਿ ਉਹ ਜਿਹੜਾ ਆਨੰਦ ਓੰਕਾਰ ਦੇ ਕੋਲ ਸੀ, ਸ਼ਾਇਦ ਉਹੀ ਆਨੰਦ ਸਾਨੂੰ ਇੱਥੋਂ ਮਿਲ ਜਾਵੇਗਾ, ਪਰ ਉਹ ਆਨੰਦ ਸਾਨੂੰ ਮਿਲਦਾ ਨਹੀਂ। ਇਸ ਲਈ ਸੰਸਾਰ ਨੂੰ ਆਖਿਆ ਜਾਂਦਾ ਹੈ ਕਿ ਸੰਸਾਰ ਜਿਹੜਾ ਹੈ ਇਹ ਸਵਾਰਥੀ ਹੈ, ਸਵਾਰਥੀ ਹੈ ਸੰਸਾਰ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਾਂ ਹੁਣ ਸ਼ਬਦ ਪੜ੍ਹਿਆ ਹੈ ਨਾ, ਪ੍ਰੀਤਮ ਜਾਨ ਲੇਹੋ ਮਨ ਮਾਹੀ। ਉਹ ਭਾਈ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈ। ਕਿਹੜੀ? ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਓ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦੇਸ ਘੇਰੈ, ਬੇਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਜੀ ਨੇ ਆਖਿਆ ਹੈ, ਭਾਈ ਇਹ ਗੱਲ ਆਪਣੇ ਮਨ ਵਿੱਚ ਬਿਠਾ ਲੈ, ਸੰਸਾਰ ਵਿੱਚ ਤੇਰਾ ਕੋਈ ਵੀ ਨਹੀਂ ਹੈ। ਸਾਰੇ ਆਪਣੇ ਸਵਾਰਥ ਕਰਕੇ ਤੇਰੇ ਨਾਲ ਜੁੜੇ ਹਨ। ਪਤੀ ਆਪਣੀ ਪਤਨੀ ਨਾਲ ਇਸ ਕਰਕੇ ਥੋੜ੍ਹਾ ਜੁੜਿਆ ਹੈ ਕਿ ਮੈਂ ਆਪਣੀ ਪਤਨੀ ਨੂੰ ਆਨੰਦ ਦੇਵਾਂ, ਉਹਨੂੰ ਸੁੱਖ ਦੇਵਾਂ। ਨਹੀਂ,
ਪਤੀ ਆਪਣੀ ਪਤਨੀ ਨਾਲ ਇਸ ਕਰਕੇ ਜੁੜਿਆ ਏ ਕਿਉਂਕਿ ਪਤੀ ਆਪਣੀ ਪਤਨੀ ਦੇ ਵਿੱਚੋਂ ਸੁੱਖ ਲੱਭਦਾ ਹੈ, ਉਹਦੇ ਵਿੱਚੋਂ ਆਨੰਦ ਲੱਭਣਾ ਚਾਹੁੰਦਾ ਹੈ। ਇੱਕ ਪਤਨੀ ਆਪਣੇ ਪਤੀ ਨਾਲ ਇਸ ਕਰਕੇ ਜੁੜੀ ਹੈ ਕਿਉਂਕਿ ਪਤਨੀ ਆਪਣੇ ਪਤੀ ਵਿੱਚੋਂ ਸੁੱਖ ਲੱਭਦੀ ਹੈ। ਇੱਕ ਪੁੱਤ ਆਪਣੇ ਪਿਓ ਨਾਲ ਇਸ ਕਰਕੇ ਜੁੜਿਆ ਏ, ਪੁੱਤ ਆਪਣੇ ਪਿਓ ਦੇ ਕੋਲੋਂ ਸੁੱਖ ਲੱਭਦਾ ਏ, ਉਹਦੇ ਕੋਲੋਂ ਆਨੰਦ ਲੱਭਦਾ ਏ। ਇਸੇ ਤਰ੍ਹਾਂ ਇੱਕ ਪਿਤਾ ਆਪਣੇ ਪੁੱਤ ਨਾਲ ਇਸ ਕਰਕੇ ਜੁੜਿਆ ਏ ਕਿਉਂਕਿ ਪਿਓ ਚਾਹੁੰਦਾ ਏ ਕਿ ਪੁੱਤ ਮੈਨੂੰ ਸੁੱਖ ਦੇਵੇਗਾ। ਇਸ ਲਈ ਇਹਦੇ ਵਿੱਚ ਕੀ ਆ ਗਿਆ ਏ? ਸਵਾਰਥ ਆ ਗਿਆ ਏ। ਕਬੀਰ ਸਾਹਿਬ ਦਾ ਸ਼ਬਦ ਹੈ ਬਾਣੀ ਦੇ ਅੰਦਰ, ਉਹਦੇ ਵਿੱਚ ਕਬੀਰ ਸਾਹਿਬ ਨੇ ਆਖਿਆ, ਜੋ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ। ਜਨਨੀ ਇੱਕ ਮਾਂ ਗਰਭ ਇਸ ਕਰਕੇ ਪਾਲਦੀ ਹੈ ਕਿਉਂਕਿ ਮਾਂ ਚਾਹੁੰਦੀ ਹੈ ਕਿ ਮੇਰੇ ਘਰ ਵਿੱਚ ਇੱਕ ਪੁੱਤ ਪੈਦਾ ਹੋਵੇਗਾ, ਵੱਡਾ ਹੋਵੇਗਾ, ਭੋਗ ਬਿਲਾਸ ਕਰੇਗਾ, ਅਰਥਾਤ ਕਮਾਈ ਕਰੇਗਾ, ਦਿਨ ਰਾਤ ਕੰਮ ਕਰੇਗਾ ਤੇ ਫਿਰ 4 ਪੈਸੇ ਲਿਆ ਕੇ ਕਮਾ ਕੇ ਤੇ ਮੇਰੇ ਹੱਥ ਤੇ ਰੱਖ ਦੇਵੇਗਾ। ਕਵੇਗਾ, ਮਾਂ ਆ ਮੈਂ ਪੈਸੇ ਕਮਾਏ ਤੇ ਮੈਂ ਤੈਨੂੰ ਦਿੱਤੇ। ਇਸ ਲਈ ਮਾਂ ਦਾ ਪ੍ਰੇਮ ਕੀ ਹੋ ਗਿਆ? ਹਰ ਇੱਕ ਪ੍ਰੇਮ ਦੇ ਵਿੱਚ ਸਵਾਰਥ ਆ ਜਾਂਦਾ ਹੈ। ਤੇ ਜੇ ਉਹੀ ਬੱਚਾ ਅਮਲ ਨਿਕਲ ਆਵੇ, ਉਹਨੂੰ ਅਮਲ ਲੱਗ ਜਾਵੇ ਕੋਈ, ਜਿਹੜੀ ਮਾਂ ਅਰਦਾਸਾਂ ਕਰਕੇ ਇੱਕ ਬੱਚੇ ਦੀ ਭਾਲ ਕਰਦੀ ਹੈ, ਰੱਬ ਗਾੜੀ ਮਿੰਨਤਾਂ ਕਰਦੀ ਹੈ, ਸੁਖਣਾ ਸੁਖਦੀ ਹੈ, ਤੇ ਜੇ ਉਹੀ ਬੱਚਾ ਉਲਟ ਘਰੋਂ ਚੋਰੀ ਕਰੇ ਤੇ ਘਰ ਵਿੱਚ ਝਗੜਾ ਕਰੇ, ਨਸ਼ਾ ਪੱਤਾ ਖਾ ਲਵੇ, ਉਹੀ ਮਾਂ ਫਿਰ ਉਹਨੂੰ ਦਿਨ ਰਾਤ ਗਾਲਾਂ ਕੱਢਦੀ ਹੈ ਤੇ ਫਿਰ ਆਖਦੀ ਹੈ ਕਿ ਇਹ ਮਾਰੀ ਜਾਵੇ ਤੇ ਚੰਗੀ ਗੱਲ ਹੈ। ਇਸ ਲਈ ਸੰਸਾਰ ਦੇ ਪ੍ਰੇਮ ਦੇ ਵਿੱਚ ਕੀ ਆ ਜਾਂਦਾ ਹੈ? ਸਵਾਰਥ। ਇਹ ਸਵਾਰਥ ਹੈ। ਅਸਲ ਵਿੱਚ ਇਹ ਸਾਡੀ ਆਤਮਾ ਦਾ ਸੁਭਾਅ ਹੈ, ਇਹ ਸਾਡੇ ਮਨ ਦਾ ਸੁਭਾਅ ਹੈ। ਅਸੀਂ ਆਨੰਦ ਲੱਭਦੇ ਹਾਂ ਇੱਕ ਦੂਜੇ ਦੇ ਵਿੱਚੋਂ। ਜਦੋਂ ਆਨੰਦ ਮਿਲਦਾ ਹੈ ਉਦੋਂ ਪ੍ਰੇਮ ਸਾਡਾ ਹੁੰਦਾ ਹੈ, ਜਦੋਂ ਆਨੰਦ ਨਹੀਂ ਮਿਲਦਾ ਉਦੋਂ ਪ੍ਰੇਮ ਘਟ ਜਾਂਦਾ ਹੈ, ਕਦੀ ਅਪ ਕਦੇ ਡਾਊਨ। ਇਸ ਲਈ ਜਿਹੜਾ ਪ੍ਰੇਮ ਕਦੇ ਘਟ ਜਾਂਦਾ ਹੈ ਕਦੀ ਵੱਧ ਜਾਂਦਾ ਹੈ, ਉਹ ਪ੍ਰੇਮ ਨਹੀਂ ਹੁੰਦਾ, ਉਹ ਹੁੰਦਾ ਹੈ ਸਵਾਰਥ। ਉਹਦੇ ਵਿੱਚ ਸਵਾਰਥ ਹੁੰਦਾ ਹੈ। ਤਾਂ ਹੀ ਗੁਰਦੇਵ ਨੇ ਆਖਿਆ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇੱਥੇ ਸਾਡਾ ਕੋਈ ਵੀ ਨਹੀਂ ਹੈ, ਇੱਥੇ ਸਾਡੇ ਨਾਲ ਸਾਰੇ ਇਸ ਕਰਕੇ ਜੁੜੇ ਹਨ ਕਿਉਂਕਿ ਅਸੀਂ ਇੱਕ ਦੂਜੇ ਦੇ ਵਿੱਚੋਂ ਸੁੱਖ ਦੀ ਭਾਲ ਕਰਦੇ ਹਾਂ। ਮਾਂ ਚਾਹੁੰਦੀ ਹੈ ਮੇਰਾ ਪੁੱਤ ਮੈਨੂੰ ਸੁੱਖ ਦੇਵੇ। ਆਪਾਂ ਇਸ ਤਰ੍ਹਾਂ ਸਮਝੀਏ, ਵੇਖੋ ਇੱਕ ਦੁਕਾਨਦਾਰ ਹੈ ਨਾ, ਦੁਕਾਨਦਾਰ ਦਾ ਸੁਭਾਅ ਹੁੰਦਾ ਏ, ਜਦੋਂ ਉਹਦੀ ਦੁਕਾਨ ਦੇ ਵਿੱਚ ਕੋਈ ਗ੍ਰਾਹਕ ਆਉਂਦਾ ਏ, ਦੁਕਾਨਦਾਰ ਬਹੁਤ ਮਿੱਠਾ ਬੋਲਦਾ ਹੈ, ਆਖਦਾ ਹੈ, ਆਓ ਭਾਜੀ ਬੈਠੋ, ਚਾਹ ਪਾਣੀ ਮੰਗਾਈਏ। ਤੇ ਫਿਰ ਪੁੱਛਦਾ ਹੈ ਕਿ ਤੁਸੀਂ ਲੈਣਾ ਕੀ ਹੈ। ਜੇ ਕੱਪੜੇ ਦੀ ਦੁਕਾਨ ਹੈ ਨਾ, ਕੱਪੜੇ ਦੀ ਦੁਕਾਨ, ਤੇ ਜੇ ਗ੍ਰਾਹਕ ਆ ਕੇ, ਜੀ ਮੈਂ ਤੇ ਇੱਥੇ ਜੁੱਤੀਆਂ ਵੇਖਣ ਆਇਆ, ਜੁੱਤੀਆਂ ਵੇਖਣ, ਤੇ ਮੈਂ ਤੇ ਇੱਥੇ ਸੌਦਾ ਪਾਣੀ ਲੈਣਾ ਸੀ, ਆਟਾ ਦਾਲ ਵਗੈਰਾ, ਉਹ ਜਿਹੜਾ ਕੱਪੜੇ ਦੀ ਦੁਕਾਨ ਦਾ ਮਾਲਕ ਹੈ ਨਾ, ਉਸੇ ਵੇਲੇ ਖਿਝ ਜਾਵੇਗਾ। ਉਹਨੇ ਆਖਣਾ, ਤੈਨੂੰ ਨਹੀਂ ਪਤਾ ਲੱਗਦਾ ਦੁਕਾਨ ਤੇ ਇਹ ਕੱਪੜਿਆਂ ਦੀ ਹੈ ਤੇ ਤੂੰ ਇੱਥੇ ਆ ਕੇ ਮੇਰੇ ਕੋਲੋਂ ਹਲਦੀ ਮੰਗਦਾ ਏ, ਮਸਾਲਾ ਮੰਗਦਾ ਏ, ਲੌਂਗ ਇਲਾਇਚੀਆਂ ਮੰਗਦਾ, ਜਾਂ ਫਿਰ ਆਣ ਕੇ ਤੂੰ ਜੁੱਤੀਆਂ ਮੰਗਦਾ ਏ, ਤੈਨੂੰ ਨਹੀਂ ਪਤਾ ਲੱਗਦਾ। ਪਹਿਲਾਂ ਉਹਦੀ ਜ਼ਬਾਨ ਇੱਕਦਮ ਮਿੱਠੀ ਸੀ, ਜਦੋਂ ਗ੍ਰਾਹਕ ਦੁਕਾਨ ਵਿੱਚ ਆਇਆ ਉਦੋਂ ਆਓ ਭਗਤ ਕੀਤੀ, ਚਾਹ ਪਾਣੀ ਪੁੱਛਿਆ ਗਿਆ, ਬੜੇ ਮਿੱਠੇ ਬੋਲ ਬੋਲੇ,
ਤੇ ਜਦੋਂ ਦੁਕਾਨਦਾਰ ਨੂੰ ਪਤਾ ਲੱਗਾ ਕਿ ਇਹ ਮੇਰੇ ਸਵਾਰਥ ਦਾ ਥੋੜਾ ਹੈ ਗ੍ਰਾਹਕ, ਫਿਰ ਉਸੇ ਦੁਕਾਨਦਾਰ ਨੇ ਆਪਣੀ ਜ਼ਬਾਨ ਵਿੱਚ ਆਖਣਾ ਹੈ, ਉਹ ਦਰਵਾਜ਼ਾ ਲੱਗਾ ਏ, ਜੈਂਦੀ ਆਇਆ ਏ ਆਉਂਦੀ ਬਾਹਰ ਚਲਾ ਜਾ। ਇਸ ਲਈ ਇਹਦੇ ਵਿੱਚ ਕੀ ਆ ਜਾਂਦਾ ਹੈ, ਸਵਾਰਥ। ਸੰਸਾਰ ਇਸੇ ਤਰ੍ਹਾਂ ਦਾ ਹੀ ਹੈ, ਇਸੇ ਤਰ੍ਹਾਂ ਦਾ, ਕਿਉਂਕਿ ਇਹ ਸਾਡੀ ਆਤਮਾ ਦਾ ਸੁਭਾਅ ਹੈ। ਅਸੀਂ ਇੱਕ ਦੂਜੇ ਦੇ ਵਿੱਚੋਂ ਆਨੰਦ ਲੱਭਦੇ ਹਾਂ, ਪਰ ਆਨੰਦ ਸਾਨੂੰ ਮਿਲਦਾ ਨਹੀਂ। ਇਸ ਲਈ ਅਸੀਂ ਇੱਕ ਦੂਜੇ ਦੇ ਪ੍ਰਤੀ ਸਵਾਰਥੀ ਹੋ ਜਾਂਦੇ ਹਾਂ। ਕਿਉਂਕਿ ਜਿਸ ਆਨੰਦ ਨੂੰ ਅਸੀਂ ਸੰਸਾਰ ਵਿੱਚੋਂ ਲੱਭਣਾ ਚਾਹੁੰਦੇ ਹਾਂ, ਉਹ ਜਿਹੜਾ ਆਨੰਦ ਹੈ ਇਸ ਸੰਸਾਰ ਦੇ ਵਿੱਚ ਥੋੜ੍ਹਾ ਹੈ। ਉਹ ਆਨੰਦ, ਉਹ ਸੁੱਖ ਪਰਮੇਸ਼ਰ ਦੇ ਘਰ ਵਿੱਚ ਹੈ, ਤੇ ਉਹ ਸੁੱਖ ਸਾਨੂੰ ਸਿਰਫ ਗੁਰੂ ਦੇ ਸਕਦਾ ਹੈ। ਗੁਰੂ ਤੋਂ ਬਗੈਰ ਸਾਨੂੰ ਉਹ ਸੁੱਖ ਨਹੀਂ ਮਿਲੇਗਾ। ਵੇਖੋ, ਇੱਕ ਪਤੀ ਆਪਣੀ ਪਤਨੀ ਦੇ ਨਾਲ ਕਿੰਨਾ ਪ੍ਰੇਮ ਕਰਦਾ ਹੈ। ਇੱਕ ਦੂਜੇ ਦੇ ਨਾਲ ਜੰਮਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਇੱਕ ਦੂਜੇ ਦੇ ਨਾਲ ਦਿਨ ਰਾਤ ਆਖਦਾ, ਮੈਂ ਤੈਨੂੰ ਬਹੁਤ ਪ੍ਰੇਮ ਕਰਦਾ। ਇੱਕ ਪਤੀ, ਜੇ ਕਿਤੇ ਮਨ ਵਿੱਚ ਇਹ ਡਾਊਟ ਆ ਜਾਵੇ, ਇਹ ਭੁਲੇਖਾ ਆ ਜਾਵੇ ਕਿ ਮੇਰੀ ਘਰ ਵਾਲੀ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ ਹੈ, ਪਤਾ ਨਹੀਂ ਇਹ ਕਿਹਦੇ ਨਾਲ ਬੋਲ ਚਾਲ ਰੱਖਦੀ ਹੈ, ਤੇ ਉਸੇ ਵੇਲੇ ਉਹਦੇ ਤੇ ਸ਼ੱਕ ਹੋ ਗਿਆ। ਜਿਹਨੂੰ ਅਸੀਂ ਆਖਦੇ ਸੀ ਮੈਂ ਤੈਨੂੰ ਬੜਾ ਪ੍ਰੇਮ ਕਰਦਾ, ਜਿਹਦੇ ਨਾਲ ਅਸੀਂ ਕਸਮਾਂ ਖਾਧੀਆਂ ਕਿ ਜੰਮਣ ਮਰਨ ਦੀਆਂ, ਉਹੀ ਪਤਨੀ ਫਿਰ ਭੈੜੀ ਲੱਗਦੀ ਹੈ, ਉਹਦੇ ਉੱਪਰ ਫਿਰ ਖੇਚ ਚੜ੍ਹਦੀ ਹੈ। ਫਿਰ ਉਹੀ ਬੱਚਾ ਆਪਣੀ ਮਾਂ ਨੂੰ ਆਖਦਾ, ਮਾਂ ਆ ਵੇਖ, ਮੈਂ ਇਹਨੂੰ ਆਪਣਾ ਸਮਝਦਾ ਸੀ ਤੇ ਇਹ ਕਿਸੇ ਹੋਰ ਦੇ ਨਾਲ ਆਪਣਾ ਸੰਬੰਧ ਰੱਖਦੀ ਹੈ। ਤੇ ਮਾਂ ਨੇ ਆਖਣਾ, ਪੁੱਤ ਨਹੀਂ, ਅਸਲ ਵਿੱਚ ਇਹ ਕਿਸੇ ਹੋਰ ਨਾਲ ਥੋੜ੍ਹਾ, ਆਪਣੇ ਰਿਸ਼ਤੇਦਾਰਾਂ ਦੇ ਨਾਲ ਹੀ ਗੱਲ ਕਰਦੀ ਹੈ, ਇਹ ਤੇਰੀ ਭੈਣ ਦੇ ਨਾਲ ਗੱਲ ਕਰਦੀ ਪਈ ਸੀ। ਫਿਰ ਉਸੇ ਵੇਲੇ ਬੰਦਾ ਆਖਦਾ, ਨਹੀਂ ਨਹੀਂ, ਮੈਂ ਆਖਦਾ ਸੀ ਕਿ ਇਹ ਕਿਸੇ ਨਾਲ ਗਲਤ ਥੋੜ੍ਹਾ ਹੋ ਸਕਦੀ, ਮੈਨੂੰ ਇਹਦੇ 'ਤੇ ਭਰੋਸਾ ਸੀ, ਉਹ ਸ਼ਾਇਦ ਮੈਨੂੰ ਭੁਲੇਖਾ ਲੱਗ ਗਿਆ। ਪ੍ਰੇਮ ਉਸੇ ਵੇਲੇ ਕੀ ਹੋ ਗਿਆ, ਡਾਊਨ, ਉਸੇ ਵੇਲੇ। ਇਸ ਲਈ ਸੰਸਾਰ ਜਿਹੜਾ ਹੈ ਇੱਕ ਦੂਜੇ ਦੇ ਸਵਾਰਥ ਦੇ ਨਾਲ ਹੀ ਬੱਝਾ ਹੋਇਆ ਹੈ। ਕਿਉਂਕਿ ਅਸੀਂ ਇੱਕ ਦੂਜੇ ਦੇ ਵਿੱਚੋਂ ਆਨੰਦ ਸੁੱਖ ਲੱਭਦੇ ਹਾਂ, ਪਰ ਸਾਨੂੰ ਇੱਕ ਦੂਜੇ ਦੇ ਵਿੱਚੋਂ, ਸੰਸਾਰ ਵਿੱਚੋਂ ਸੁੱਖ ਮਿਲਦਾ ਨਹੀਂ। ਉਹ ਸੁੱਖ, ਉਹ ਆਨੰਦ ਸਾਨੂੰ ਪਰਮੇਸ਼ਰ ਦੇ ਘਰ ਵਿੱਚੋਂ ਮਿਲੇਗਾ।